तुमरे ध्यान को नित उठते आए हैं संत, अंत लहेंगे मुक्त फल पावेंगे भगवंत। अंत लहेंगे मुक्त फल पावेंगे भगवंत। तेरा कीता जातो नाय मैनो जोग की, मैं निर्गुण यारे को गुण आपे तरस पयो। तरस पया मेरा मत हो, सतगुर सजन मिलया। नानक नाम मिलै तांझ तन मन थीवै। तेरे कवन कवन गुण कह कह गावा, तू साहिब गुनी निधाना। तुमरी महिमा बरन न सको, तू ठाकुर ऊच भगवाना। सुकाओ होटल गुर सेवी, अहनिस सहज सुभाए। दर्शन परसै जन्म मरण दुख होवै सिफत खसमदी। नूर अरसों कुरसों चटिया, तुद डिठे सच्चे पातशाह। मल जन्म जन्म दी कटी, तुद डिठे सच्चे पातशाह। मल जन्म जन्म कटिया। सतनाम श्री वाहिगुरु साहिब जीओ। जयश्री महला पंजवा। मन तन बस रह मेरे प्राण, कर कृपा साधु संग भेटे। पूरन पुरख सुजान रहाओ। प्रेम ठगौरी जिनको पाई, तिन रस पियो भारी। ताकि कीमत कह न जाई, कुदरत कवन हमारी। लाए ले लाड़ दास जन अपने, उधरे उधरन हारे। प्रभ सिमर 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 सुख पायो, नानक शरण द्वारे। मन तन बस रहे मेरे प्राण। वाहिगुरु जी का खालसा, वाहिगुरु जी की फतेह। पतत पावन किरपा निधान गरीब नवाज सतगुरु गुरु ग्रंथ साहिब जीआं दी पावन पवित्र हजूरी अंदर सुभाएमान हो रही गुरु की संगत। सतगुरां ने किरपा की है, जो अमृत वेले तो प्रकाशमान होकर के संघासना ते बराज के दर्शन दिदारे बख्शिश कीते। गुरबानी पढ़न वास्ते सरवण करन वास्ते सानू समा बख्शिया। इस वेले आपां महाराज जियां दी गुरबानी दी कथा सरवण करन वास्ते
ਗੁਰੂ ਦਰਬਾਰ ਦੇ ਵਿੱਚ ਇਕੱਤਰਤ ਹੋਏ ਆ। ਮਹਾਰਾਜ ਆਪਣੇ ਸ਼ਬਦ ਦੁਆਰਾ ਕੀ ਉਪਦੇਸ਼ ਬਖਸ਼ਿਸ਼ ਕਰਦੇ, ਇਹ ਬਚਨ ਅੱਜ ਆਪਾਂ ਸਰਵਨ ਕਰਾਂਗੇ ਕਿ ਸਾਨੂੰ ਇਸ ਮਨੁੱਖਾ ਜਨਮ ਦੀ ਬਾਜੀ ਨੂੰ ਜਿੱਤਣ ਵਾਸਤੇ ਕਿਹੜਾ ਯਤਨ ਕਰਨਾ ਚਾਹੀਦਾ ਹੈ, ਜਿਸ ਦੇ ਨਾਲ ਅਸੀਂ ਇਹ ਮਨੁੱਖਾ ਜਨਮ ਨੂੰ ਜਿੱਤ ਸਕੀਏ। ਮਨ ਦੀਆਂ ਬਿਰਤੀਆਂ ਟਿਕਾਈਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੈ ਸ੍ਰੀ ਮਹੱਲਾ ਪੰਜਵਾਂ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਬਾਣੀ ਨੂੰ ਰਚਨਹਾਰ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਇਹ ਪਾਵਨ ਪਵਿੱਤਰ ਉਪਦੇਸ਼ ਜੋ ਹੈ ਉਹ ਸਾਨੂੰ ਬਖਸ਼ਿਸ਼ ਕਰ ਰਹੇ ਨੇ। 702 ਅੰਗ ਦੇ ਉੱਪਰ ਮਹਾਰਾਜ ਜੀਆਂ ਨੇ ਇਹ ਸ਼ਬਦ ਬਖਸ਼ਿਆ। ਗੁਰੂ ਅਰਜਨ ਦੇਵ ਪਾਤਸ਼ਾਹ ਇਸ ਬਾਣੀ ਨੂੰ ਲਿਖਣ ਵਾਲੇ ਨੇ। ਇਹ ਗੁਰੂ ਅਰਜਨ ਦੇਵ ਜੀਆਂ ਦਾ ਸ਼ਬਦ ਉਪਦੇਸ਼ ਆਪਾਂ ਸਰਵਨ ਕਰ ਰਹੇ ਹਾਂ। ਮਨ ਤਨ ਬਸ ਰਹੇ ਮੇਰੇ ਪ੍ਰਾਨ। ਸਤਿਗੁਰੂ ਬੇਨਤੀ ਕਰਨ ਦੀ ਇਜਾਜ਼ਤ ਦੱਸਦੇ, ਐ ਮੇਰੇ ਪ੍ਰਾਣ ਸਰੂਪ ਪਰਮਾਤਮਾ, ਤੁਸੀਂ ਮੇਰੇ ਮਨ ਵਿੱਚ ਵੀ ਵਸਦੇ ਹੋ, ਮੇਰੇ ਤਨ ਵਿੱਚ ਵੀ ਵਸਦੇ ਹੋ। ਕੋਈ ਇਹੋ ਜਿਹੀ ਜਗ੍ਹਾ ਹੈ ਹੀ ਨਹੀਂ ਵੀ ਜਿੱਥੇ ਤੁਹਾਡਾ ਨਿਵਾਸ ਨਾ ਹੋਵੇ। ਸੋ ਮਨ ਵਿੱਚ ਜਿਹੜੇ ਮੇਰੇ ਫੁਰਨੇ ਨੇ, ਫੁਰਨਿਆਂ ਦੇ ਵਿੱਚ ਵੀ ਤੁਹਾਡਾ ਨਿਵਾਸ ਹੈ। ਤਨ ਜੋ ਮੇਰਾ ਸਰੀਰ ਹੈ, ਸਰੀਰ ਦੇ ਵਿੱਚ ਰੋਮ ਰੋਮ ਦੇ ਵਿੱਚ ਤੁਹਾਡਾ ਨਿਵਾਸ ਹੈ। ਤੇ ਗੁਰਮੁਖਾਂ ਦੇ ਨੇਤਰਾਂ ਵਿੱਚ ਵੀ ਉਹ ਵਸਦਾ ਪਿਆ। ਬਚਨ ਪੜ੍ਹਦੇ ਹਨ, ਪ੍ਰਭ ਜੀ ਵਸੈ ਸਾਧ ਕੀ ਰਸਨਾ। ਜਿਹੜੇ ਗੁਰਮੁਖ ਨੇ ਉਹਨਾਂ ਦੇ ਇੰਦਰੀਆਂ ਦੇ ਉੱਪਰ ਉਹ ਪ੍ਰਤੱਖ ਹੋ ਜਾਂਦਾ। ਜਿਹੜੇ ਸਾਡੇ ਵਰਗੇ ਨੇ ਉਹਨਾਂ ਦੇ ਵਸਦਾ ਤੇ ਉਹਨਾਂ ਦੇ ਵੀ ਹੈ, ਪਰ ਉਹਨਾਂ ਦੇ ਗੁਪਤ ਹੋਇਆ ਬੈਠਾ। ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਇੱਕ ਉਦਾਹਰਨ ਦੇ ਕੇ ਬਚਨ ਸਮਝਾਇਆ ਸੀ। ਕਹਿਣ ਲੱਗੇ, ਧਰਤੀ ਤੇ ਸਾਰੀ ਦੇ ਥੱਲੇ ਹੀ ਪਾਣੀ ਹੈ। ਕਿਤੇ ਪਾਣੀ ਬਾਹਰ ਵਗਦਾ ਪਿਆ ਦਰਿਆਵਾਂ ਦੇ ਰੂਪ ਦੇ ਵਿੱਚ, ਤੇ ਕਿਤੇ ਧਰਤੀ ਵਿੱਚ ਬੜਾ ਡੂੰਘਾ ਹੈ, ਪਰ ਹੈ ਸਾਰਿਆਂ ਥਾਵਾਂ ਤੇ। ਇਸੇ ਤਰ੍ਹਾਂ ਪ੍ਰਮਾਤਮਾ ਹੈ ਸਾਰਿਆਂ ਥਾਵਾਂ ਤੇ ਹੀ ਹੈ। ਸਾਡੇ ਵਿੱਚ ਵੀ ਹੈ, ਸਾਧੂਆਂ ਦੇ ਵਿੱਚ ਵੀ ਹੈ, ਪਰ ਸਾਡੇ ਵਿੱਚ ਇਸ ਤਰ੍ਹਾਂ ਹੈ ਵੀ ਜਿਵੇਂ ਡੂੰਘਾ ਪਾਣੀ ਧਰਤੀ 'ਚੋਂ ਕੱਢਣਾ ਹੋਵੇ ਤੇ ਸਾਧੂ ਦੀ ਜ਼ੁਬਾਨ ਦੇ ਉੱਪਰ ਹੀ ਬੈਠਾ ਹੈ, ਸਾਧੂ ਦੇ ਨੇਤਰਾਂ ਦੇ ਵਿੱਚ ਬੈਠਾ ਹੋਇਆ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ, ਮਨ ਤਨ ਬਸ ਰਹੇ ਮੇਰੇ ਪ੍ਰਾਨ। ਐ ਮੇਰੇ ਪ੍ਰਾਣ ਸਰੂਪ, ਪ੍ਰਾਣ ਕਹਿ ਲਈਏ ਮੇਰੀ ਜਿੰਦ ਜਾਨ। ਐ ਮੇਰੀ ਜਿੰਦ ਜਾਨ ਵਿੱਚ ਵਸਣ ਵਾਲੇ ਪ੍ਰਮਾਤਮਾ, ਤੂੰ ਮੇਰੇ ਮਨ ਦੇ ਵਿੱਚ ਵੀ ਵਸਦਾ ਪਿਆ, ਮੇਰੇ ਤਨ ਦੇ ਵਿੱਚ ਵੀ ਵਸਦਾ ਪਿਆ। ਕੋਈ ਇਹੋ ਜਿਹੀ ਜਗ੍ਹਾ ਹੈ ਨਹੀਂ ਜਿੱਥੇ ਤੁਹਾਡਾ ਨਿਵਾਸ ਨਹੀਂ ਹੈ। ਕਰ ਕਿਰਪਾ ਸਾਧੂ ਸੰਗ ਭੇਟੇ। ਸਤਿਗੁਰੂ ਪਾਤਸ਼ਾਹ ਰਹਿਮਤ ਕਰੋ, ਸਾਧੂਆਂ ਦੀ ਸੰਗਤ ਬਖਸ਼ੋ। ਇਹ ਜਿਹੜੀ ਸੰਗਤ ਵਿੱਚ ਆਪਾਂ ਬੈਠੇ ਆ ਨਾ ਗੁਰਮੁਖੋ, ਇਹਦੇ ਤੋਂ ਵੱਡੀ ਸੰਗਤ ਕੋਈ ਦੁਨੀਆ ਦੀ ਨਹੀਂ ਹੋ ਸਕਦੀ। ਵਿਦਵਾਨਾਂ ਨੇ 3 ਤਰ੍ਹਾਂ ਦੀ ਸੰਗਤ ਦਾ ਜ਼ਿਕਰ ਕੀਤਾ, ਕੁਸੰਗਤ, ਸੰਗਤ ਤੇ ਸਤ ਸੰਗਤ। ਕੁਸੰਗਤ ਉਹ ਹੈ ਜਿੱਥੇ ਬੈਠ ਕੇ ਮਾੜੀਆਂ ਗੱਲਾਂ ਚੇਤੇ ਆਉਣ, ਮਾੜੀਆਂ ਗੱਲਾਂ ਸੁਣਨ ਵਾਸਤੇ ਮਿਲਣ, ਬੰਦੇ ਦਾ ਜੀਵਨ ਥੱਲੇ ਨੂੰ ਚਲਾ ਜਾਵੇ, ਡਿੱਗ ਜਾਵੇ, ਕੁਸੰਗਤ ਹੋ ਗਈ। ਸੰਗਤ ਉਸ ਨੂੰ ਆਖਿਆ ਹੈ ਜਿੱਥੇ ਬੈਠ ਕੇ ਬਰਾਬਰ ਰਹੀਏ, ਨਾ ਉਤਰਾ ਨਾ ਚੜਾ, ਨਾ ਵਾਧਾ ਨਾ ਘਾਟਾ। ਤੇ ਸਤ ਸੰਗਤ ਉਸ ਨੂੰ ਆਖਿਆ ਜਿੱਥੇ ਬੈਠ ਕੇ ਪ੍ਰਮਾਤਮਾ ਦੀ ਪ੍ਰਾਪਤੀ ਹੋਵੇ। ਮੇਰੇ ਮਾਧਵ ਜੀ, ਸਤ ਸੰਗਤ ਮਿਲੈ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸਟ। ਇਹ ਸੰਗਤ ਦੀ ਮਹਿਮਾ ਹੈ ਕਿ ਸੰਗਤ ਵਿੱਚ ਬੈਠ ਕੇ ਸੁੱਕੇ ਹਿਰਦੇ ਸ਼ੁਭ ਗੁਣਾ ਤੋਂ ਖਾਲੀ ਵੀ ਹਰੇ ਭਰੇ ਹੋ ਜਾਂਦੇ, ਜਿਵੇਂ ਸੁੱਕੀ ਲੱਕੜ ਹਰੀ ਹੋ ਜਾਂਦੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਨਾ ਦੀਵਾਨ ਸਜਿਆ। ਬੇਅੰਤ ਆ ਕੇ ਉਸ ਦੀਵਾਨ ਦੇ ਵਿੱਚ ਵੱਡੇ ਵੱਡੇ ਵਜ਼ੀਰ ਬੈਠੇ ਹੋਏ। ਕਹਿਣ ਲੱਗੇ, ਕਿਸੇ ਅੰਗਰੇਜ਼ ਨੇ ਆ ਕੇ ਸਵਾਲ ਖੜਾ ਕਰ ਦਿੱਤਾ ਵੀ ਗੁਰਬਾਣੀ ਵਿੱਚ ਇਹ ਗੱਲ ਲਿਖੀ ਹੈ, ਸੂਕੇ ਕਾਸ਼ਟ ਹਰਿਆ,
कि सुक्की लकड़ जिहड़ी बिल्कुल भुर चुकी है, खाधी जा चुकी है, गल चुकी है, वो हरी हो जाती है। गुरबाणी विच लिखिआ, पर इस तरह हो नहीं सकता। असीं इस बचन नूं मन्नण नूं तैयार नहीं। ये गुरु पातशाह ने बचन ठीक नहीं लिखे। उस वेले महाराजा रणजीत सिंह की बड़ी शरधा गुरबाणी के उपर, गुरु के उपर। बचन समझाया भी जो गुरु पातशाह ने लिखिआ है वो झूठा नहीं हो सकता, वो अटल ही अटल है। नहीं, असीं नहीं उन्ना चिर मनदे जिन्ना चिर अखीं वेख ना लईए। किवें सुक्की लकड़ हरी हुंदी है, जे असीं अखां नाल वेखांगे तां यकीन करांगे, नहीं ते नहीं करांगे। उस वेले महाराजा रणजीत सिंह ने बेनती करके ना गुरबाणी पढ़न वाले गुरसिखां नूं कि इन्हां दा शंका हुण दूर तां होवेगा जे ये कौतक करके विखाया जावे, सुक्की लकड़ नूं हरिया कीता जावे। जंगल दे विचों एक सुक्की लकड़ मंगाई है जिहड़ी किन्ने चिर दी सुक्की है, जिन्हों अंदरों घुण भी खा चुकिया, जिहदी कोई उम्मीद नहीं है भी ये हरी हो सकती है। मंगवा के उस लकड़ का इशनान करवा के गिल्लियां बोरियां करके, गिले खेस करके उहदे उपर पा दिते गए। एक कमरे दे विच उस लकड़ नूं रखिया, नाल ही बेनती की श्री अखंड पाठ साहिब प्रारंभ किया जावे। जे गुरु ने बचन लिखिया गुरबाणी में तो होवेगा जरूर। अरदास की धन गुरु ग्रंथ साहिब पातशाह महाराज जी, सानू तुहाडी बाणी ते बिल्कुल शरधा है, भरोसा है, पर कुछ लोगों के मन में शंका आ गया है। आप जी कृपा करके शंके नूं तुसीं दूर कर सकते हो। गुरबाणी का अखंड पाठ आरंभ होया, आप भी सुनिया, जिहड़े लोग सवाल लैके आए सन उन्होंने भी वो पाठ सुनिया। होर भी संगतां गुरबाणी का पाठ सुनदियां पईयां। आद तो मद तो जिस वेले संपूर्णताई गुरमुखों भोग पै ना अरदास होई, अरदास तो उपरंत मुखवाक सरवण होया, प्राप्त होया। उस वेले महाराजा रणजीत सिंह कहन लगे लकड़ के उपर जड़ियाँ बोरियां चादरां पाइयां ने, कंबल खेस पाए ने, उतार दिओ। ते जिस वेले गुरमुखो वो खेस उतारे ना बोरियां गिलियां करके, ते उस लकड़ दे विचों बड़ियां सोहनियां हरियां हरियां टाहनियां बाहर नूं निकलियां होईयां। लकड़ फुट पई है, उहदे विचों लगरां निकल आईयां, बड़ियां कुरुंबलियां कोमल कोमल। महाराजा रणजीत सिंह कहन लगे गुरु ने जिहड़ा बचन लिखिया बिल्कुल अटल है, बिल्कुल सच है। मेरे माधो जी सत संगत मिलै सो तरिया, गुर प्रसाद परम पद पाया, सूके कास्ट। कास्ट नाम लकड़ का भी, सुक्की लकड़ भी हरी हो जाती है। गुरु ऐसी कृपा कर दिंदा है। जिन्हां दे मन सुक्की लकड़ दे वांग सुक चुके ने, जिन्हां दे मन में शरधा नहीं रह गई, प्रेम नहीं रह गया, प्यार नहीं रह गया, बंदगी नहीं रह गई है, सत संतोख दया धर्म वाले गुण नहीं रह गए, सुक गए ने। जे वो भी व्यक्ति तुहाडी संगत विच आ जाणगे गुरु ग्रंथ साहिब पातशाह जी, सूके हरे किए खिन माहे, तुसीं उन्हां सुकियां नूं जिहड़े शुभ गुणां वल्लों सुक चुके ने, उन्हां नूं शुभ गुणां नाल हरे भरे कर दिओगे। ऐसी दात जिहड़ी है वो तुसीं बख्शिश करन दी समर्था रखदे हो। बचन आपां ये सरवण कर लै सी भी तीन तरह की संगत है, संगत कुसंगत ते सत संगत। पर जिस संगत विच आपां बैठे आ, इत्थे वाकई ही सुक्कियां लकड़ां हरियां हो जांदियां। इत्थे वाकई ही सुके हिरदे शुभ गुणां वल्लों जिहड़े खाली ने वो हरे हो जाते, वो भर जाते। महाराज बख्शिश करते कह लगे सतगुरु पातशाह कर कृपा साधु संग भेटे। एक तो साधुआं की संगत सानू मिल जावे, धन गरीब नवाज गुरु ग्रंथ साहिब पातशाह की संगत सानू मिल जावे। दूजा कर कृपा साडे उपर वड्डी भारी कृपा करो, बख्शिश कर देवो। कहन लगे
ਜਦੋਂ ਕਿਰਪਾ ਕਰੋਗੇ ਉਸ ਵੇਲੇ ਫਿਰ ਦਾਤਾਂ ਪ੍ਰਾਪਤ ਹੁੰਦੀਆਂ ਹਨ। ਪੂਰਨ ਪੁਰਖ ਸੁਜਾਨ, ਉਹ ਜਿਹੜਾ ਪੂਰਨ ਪੁਰਖ ਹੈ ਨਾ, ਸੁਜਾਨ ਕਹੀਏ ਗੁਰਮੁਖੋ ਅੰਤਰਜਾਮੀ ਪਰਮਾਤਮਾ, ਉਹ ਫਿਰ ਤੇਰੇ ਹਿਰਦੇ ਵਿੱਚ ਪਰਿਪੂਰਨ ਹੋ ਜਾਂਦਾ, ਪ੍ਰਗਟ ਹੋ ਜਾਂਦਾ, ਉਹ ਪ੍ਰਾਪਤ ਹੋ ਜਾਂਦਾ ਹੈ। ਐਸੀਆਂ ਦਾਤਾਂ ਸੰਗਤ ਵਿੱਚੋਂ ਮਿਲਦੀਆਂ ਹਨ। ਰਾਉ ਪ੍ਰੇਮ ਠਗੌਰੀ ਜਿਨ ਕੋ ਪਾਈ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪ੍ਰੇਮ ਰੂਪੀ ਠੱਗ ਬੂਟੀ ਜਿਨ੍ਹਾਂ ਨੂੰ ਪਰਮਾਤਮਾ ਤੋਂ ਪਾਈ ਹੈ, ਪ੍ਰੇਮ ਦੀ ਬੂਟੀ ਜਿਨ੍ਹਾਂ ਦੇ ਉੱਪਰ ਤੂੰ ਸੰਘਾਈ ਹੈ। ਆਪਾਂ ਕੋਈ ਬੰਦਾ ਕਿਸੇ ਦੇ ਬਹੁਤਾ ਆਖੇ ਲੱਗੇ, ਬਹੁਤਾ ਉਹਦੇ ਕਹਿਣੇ ਵਿੱਚ ਚੱਲੇ, ਆਪਾਂ ਕਹਿ ਦਿੰਦੇ ਹਾਂ ਤੈਨੂੰ ਪਤਾ ਨਹੀਂ ਕੀ ਸੰਘਾਇਆ, ਕਿਹੜੀ ਇਹੋ ਜਿਹੀ ਬੂਟੀ ਸੰਘਾਈ ਹੈ, ਤੂੰ ਗੱਲ ਹੀ ਉਹਦੀ ਕਰਦਾ, ਜਾਂ ਤੈਨੂੰ ਪਤਾ ਨਹੀਂ ਕੀ ਹੈ, ਤੂੰ ਹਰ ਵੇਲੇ ਨਾਲ ਹੀ ਉਹਦੇ ਰਹਿੰਦਾ। ਅਸੀਂ ਆਮ ਕਹਿ ਦਿੰਦੇ ਵੀ ਤੈਨੂੰ ਉਹਨੇ ਕੁਝ ਸੰਘਾ ਦਿੱਤਾ। ਕੋਈ ਆਖਦਾ ਤੈਨੂੰ ਗਿੱਦੜ ਸਿੰਘੀ ਸੰਘਾਈ ਹੈ, ਤੂੰ ਉਹਦੇ ਨਾਲ ਨਾਲ ਹੀ ਰਹਿੰਦਾ। ਕੋਈ ਆਖਦਾ ਤੈਨੂੰ ਪਤਾ ਨਹੀਂ ਕਿਹੜੀ ਬੂਟੀ ਸੰਘਾਈ ਹੈ, ਤੂੰ ਤਾਂ ਸਾਡੀ ਗੱਲ ਹੀ ਨਹੀਂ ਸੁਣਦਾ, ਤੂੰ ਤੇ ਉਹਦਾ ਹੀ ਬਣਿਆ ਰਹਿੰਦਾ। ਹਰ ਵੇਲੇ ਗੱਲ ਹੀ ਉਸ ਦੇ ਦਾਦ ਹੀ ਕਰਦਾ। ਇਹ ਅਸੀਂ ਗੱਲ ਤੇ ਆਮ ਕਹਿੰਦੇ ਆ, ਪਰ ਇੱਥੇ ਮਹਾਰਾਜ ਨੇ ਲਿਖਿਆ ਪ੍ਰੇਮ ਠਗੌਰੀ ਜਿਨ ਕੋ ਪਾਈ। ਪਰਮਾਤਮਾ ਤੇਰੇ ਸੰਤ ਵੀ ਤੇਰੀ ਗੱਲ ਹੀ ਕਰਦੇ ਨੇ, ਪਤਾ ਨਹੀਂ ਤੂੰ ਆਪਣੇ ਸੰਤਾਂ ਨੂੰ ਕਿਹੜੀ ਠੱਗ ਬੂਟੀ ਸੰਘਾਈ ਹੋਈ ਹੈ, ਕਿਹੜਾ ਉਹਨਾਂ ਨੂੰ ਤੂੰ ਇਹੋ ਜਿਹਾ ਬਖਸ਼ਿਸ਼ ਵਾਲਾ ਭਜਨ ਕੀਤਾ ਹੈ। ਤੇਰੇ ਸੰਤ ਸਾਧੂ ਮਹਾਤਮਾ ਗੁਰਮੁਖ ਜਦੋਂ ਗੱਲ ਕਰੀਏ ਉਹ ਤੇਰੀ ਗੱਲ ਕਰਦੇ, ਪਤਾ ਨਹੀਂ ਇਹੋ ਜਿਹੀ ਕਿਹੜੀ ਠੱਗ ਬੂਟੀ ਸੰਘਾ ਕੇ ਤੂੰ ਉਹਨਾਂ ਨੂੰ ਆਪਣੇ ਕਰ ਲਿਆ ਹੈ, ਤੂੰ ਆਪਣੇ ਬਣਾ ਲਿਆ ਹੈ। ਉਹ ਫਿਰ ਤੇਰੇ ਤੋਂ ਬਾਹਰੀ ਗੱਲ ਨਹੀਂ ਕਰਦੇ, ਤੇਰੇ ਤੋਂ ਬਾਹਰ ਜਾਣ ਦਾ ਯਤਨ ਨਹੀਂ ਕਰਦੇ। ਐਸੀਆਂ ਦਾਤਾਂ ਉਹਨਾਂ ਨੂੰ ਪ੍ਰਾਪਤ ਹੋਈਆਂ ਹਨ। ਦਿਨ ਰਸ ਪੀਓ ਭਾਰੀ, ਕਿਉਂਕਿ ਉਹਨਾਂ ਨੇ ਨਾਮ ਦਾ ਰਸ, ਭਾਰੀ ਨਾਮ ਦਾ ਰਸ ਪੀਤਾ ਹੈ। ਰਾਮ ਰਸ ਪੀਆ ਰੇ ਜਿਹ ਰਸ ਬਿਸਰ ਗਏ ਰਸ ਔਰ। ਜਿਨ੍ਹਾਂ ਨੇ ਨਾਮ ਦਾ ਰਸ ਪੀਤਾ ਹੈ ਨਾ ਗੁਰਮੁਖੋ, ਉਹਨਾਂ ਨੂੰ ਦੁਨੀਆ ਦੇ ਰਸ ਕਸ ਚੰਗੇ ਨਹੀਂ ਲੱਗਦੇ, ਦੁਨੀਆ ਦੇ ਰਸਾਂ ਵਿੱਚ ਉਹਨਾਂ ਦਾ ਸਵਾਦ ਨਹੀਂ ਰਹਿ ਜਾਂਦਾ। ਇਹ ਨਾਮ ਦਾ ਰਸ ਹੈ। ਮਹਾਰਾਜ ਜੀਆਂ ਨੇ ਲਿਖਿਆ ਗੁਰਬਾਣੀ ਦੇ ਅੰਦਰ, ਜੈਸੇ ਲਾਖ ਕੋਰ ਲਿਖਤ ਨਾ ਕੰਨ ਭਾਰ ਲਾਗੈ। ਜੇ ਅਸੀਂ ਰੱਬ ਦੇ ਨਾਮ ਨੂੰ ਲਿਖਣ ਲੱਗ ਪਈਏ ਕਾਗਜ਼ਾਂ ਦੇ ਉੱਪਰ, ਤੇ ਜਿੰਨਾ ਮਰਜ਼ੀ ਲਿਖਦੇ ਰਹੀਏ, ਉਹ ਕਾਗਜ਼ਾਂ 'ਤੇ ਲਿਖ ਕੇ ਜਦੋਂ ਉਹਨਾਂ ਨੂੰ ਚੁੱਕਾਂਗੇ ਨਾ ਤਾਂ ਬਹੁਤਾ ਭਾਰ ਨਹੀਂ ਲੱਗੇਗਾ, ਜਾਂ ਥੋੜ੍ਹਾ ਭਾਰ ਲੱਗੇਗਾ। ਜੈਸੇ ਲਾਖ ਕੋਰ ਲਿਖਤ ਨਾ ਕੰਨ ਭਾਰ ਲਾਗੈ। ਰੱਬ ਦਾ ਨਾਮ ਲਿਖਿਆ, ਮੰਨ ਲਓ ਰਾਮ ਲਿਖਿਆ, ਮੰਨ ਲਓ ਵਾਹਿਗੁਰੂ ਲਿਖਿਆ, 1 ਲੱਖ ਵਾਰੀ ਕਾਗਜ਼ ਦੇ ਉੱਪਰ ਵਾਹਿਗੁਰੂ ਵਾਹਿਗੁਰੂ ਲਿਖ ਲਿਆ, ਜਾਂ 1 ਲੱਖ ਵਾਰੀ ਕਾਗਜ਼ ਦੇ ਉੱਪਰ ਰਾਮ ਰਾਮ ਲਿਖ ਲਿਆ। ਉਹ ਕਾਗਜ਼ ਜਿਹੜਾ ਹੈ ਜਦੋਂ ਸਿਰ 'ਤੇ ਚੁੱਕਾਂਗੇ ਤਾਂ ਬਹੁਤਾ ਭਾਰ ਨਹੀਂ ਲੱਗੇਗਾ। 1 ਲੱਖ ਦਾ ਤੁਸੀਂ ਸਮਾਨ ਖਰੀਦ ਲਓ ਬਾਜ਼ਾਰ ਦੇ ਵਿੱਚੋਂ, ਉਹ ਚੁੱਕੋਗੇ ਤੇ ਭਾਰ ਲੱਗੇਗਾ, ਚੁੱਕਿਆ ਨਹੀਂ ਜਾਏਗਾ। ਪਰ ਜੇ ਤੁਸੀਂ ਰੱਬ ਦੇ ਨਾਮ ਨੂੰ ਕਾਗਜ਼ ਦੇ ਉੱਪਰ ਲਿਖ ਕੇ ਉਹ ਕਾਗਜ਼ ਸਿਰ 'ਤੇ ਚੁੱਕ ਲਓ ਤੇ ਭਾਰ ਨਹੀਂ ਲੱਗੇਗਾ। ਕਾਗਜ਼ ਦਾ ਕਿੰਨਾ ਕੁ ਭਾਰ ਹੋਵੇਗਾ, ਤੁਸੀਂ ਆਰਾਮ ਨਾਲ ਹੀ ਚੁੱਕ ਸਕਦੇ। ਪਰ ਇੱਕ ਕਾਗਜ਼ ਦਾ, ਇੱਕ ਸੌਦਾ ਲੱਖ ਰੁਪਈਏ ਦਾ ਜਾਂ ਕੋਈ ਸਮਾਨ ਖਰੀਦਣਾ ਹੋਵੇ ਤੇ ਉਹ ਨਹੀਂ ਚੁੱਕਿਆ ਜਾਂਦਾ। ਕਹਿਣ ਲੱਗੇ ਦੁਨੀਆ ਦਾ ਪਦਾਰਥ ਚੁੱਕਣਾ ਔਖਾ, ਰਾਮ ਦਾ ਨਾਮ ਕਾਗਜ਼ 'ਤੇ ਲਿਖਿਆ ਉਹ ਚੁੱਕਣਾ ਸੌਖਾ ਸੁਖੈਲਾ ਹੈ। ਜਾਣ ਤੋਂ ਸੋ ਸ਼ਰਮ ਹੋਏ ਜਾ ਕੇ ਗਨ ਰਾਖੀਐ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣ ਲੱਗੇ ਕਿ ਵੱਡੀ ਰਕਮ ਜਿਹੜੀ ਹੈ ਉਹ ਗਿਣ ਕੇ ਰੱਖਣੀ ਪੈਂਦੀ ਹੈ। ਇੰਨੇ ਹਜ਼ਾਰ ਹੈ, ਇੰਨੇ ਲੱਖ ਹੈ, ਉਹਨੂੰ ਗਿਣਦਿਆਂ ਵੀ ਟਾਈਮ ਲੱਗਦਾ, ਫਿਰ ਉਹਨੂੰ ਸਾਂਭ ਕੇ ਰੱਖਣਾ ਪੈਂਦਾ। ਪਰ ਰੱਬ ਦੇ ਨਾਮ ਦੀ ਰਕਮ ਜਿੱਡੀ ਮਰਜ਼ੀ ਵੱਡੀ ਹੋਵੇ, ਭਾਵੇਂ ਤੁਸੀਂ ਲੱਖ ਵਾਰੀ ਨਾਮ ਜਪਿਆ, ਭਾਵੇਂ 1.25 ਲੱਖ ਵਾਰੀ ਜਪਿਆ, ਭਾਵੇਂ 2.5 ਲੱਖ ਵਾਰੀ ਜਪਿਆ, ਰੱਬ ਦੇ ਨਾਮ ਦੀ ਰਕਮ ਨੂੰ ਸਾਂਭ ਕੇ ਨਹੀਂ ਰੱਖਣਾ ਪੈਂਦਾ, ਲੁਕੋ ਕੇ ਛੁਪੋ ਕੇ ਨਹੀਂ ਰੱਖਣਾ ਪੈਂਦਾ। ਦੁਨੀਆ ਦਾ ਧਨ ਤੁਸੀਂ ਸਾਹਮਣੇ ਰੱਖ ਦਿਓ ਤੇ ਕੋਈ ਨਾ ਕੋਈ ਚੁੱਕ ਕੇ ਲੈ ਜਾਏਗਾ। ਰੱਬ ਦਾ ਨਾਮ ਤੁਸੀਂ ਕਿੰਨਾ ਵੀ ਜਪਦੇ ਹੋਵੋ, ਤੁਹਾਡੇ ਕੋਲੋਂ ਖੋਹ ਕੇ ਨਹੀਂ ਕੋਈ ਲਿਜਾ ਸਕਦਾ, ਕਿਉਂਕਿ ਉਹ ਤੁਹਾਡਾ ਹੈ, ਉਹਨੂੰ ਖੋਇਆ ਨਹੀਂ ਜਾਏਗਾ, ਚੁੱਕਿਆ ਨਹੀਂ ਜਾਏਗਾ। ਅੰਮ੍ਰਿਤ ਅੰਮ੍ਰਿਤ ਕਹੈ ਨਾ ਪਾਈਐ ਅਮਰ ਪਦ। ਕੱਲਾ ਬੰਦਾ ਇਹ ਗੱਲ ਕਹੀ ਜਾਵੇ ਵੀ ਅੰਮ੍ਰਿਤ ਹੈ, ਅੰਮ੍ਰਿਤ ਹੈ,
ਪੰਜ ਪਿਆਰੇ ਅੰਮ੍ਰਿਤ ਤਿਆਰ ਕਰਦੇ ਨੇ, ਗੁਰੂ ਉੱਤੇ ਕਿਰਪਾ ਦ੍ਰਿਸ਼ਟੀ ਕਰਦੇ ਨੇ, ਅੰਮ੍ਰਿਤ ਹੈ ਛਕ ਲਈਦਾ। ਮਹਾਰਾਜ ਕਹਿਣ ਲੱਗੇ ਅੰਮ੍ਰਿਤ ਅੰਮ੍ਰਿਤ ਕਹਿਣ ਦੇ ਨਾਲ ਤੂੰ ਅਮਰਾ ਪਦਵੀ ਪ੍ਰਾਪਤ ਨਹੀਂ ਕਰੇਗਾ। ਭਾਵ ਅੰਮ੍ਰਿਤ ਕਹਿਣ ਦੇ ਨਾਲ ਤੂੰ ਮੁਕਤ ਨਹੀਂ ਹੋ ਜਾਏਗਾ। ਕੱਲਾ ਕਿਹਾ ਨਹੀਂ ਗੱਲ ਬਣਨੀ ਹੈ, ਵੀ ਕਹਿ ਦਿੱਤਾ ਵੀ ਅੰਮ੍ਰਿਤ ਹੈ, ਮੈਂ ਛਕਣਾ ਹੈ, ਮੈਂ ਜਾਣਾ ਹੈ, ਮੈਂ ਰਹਿਤ ਰੱਖਣੀ ਹੈ, ਕਹਿੰਦਾ ਪਿਆ ਪਰ ਕਰਦਾ ਕੁਝ ਨਹੀਂ ਪਿਆ। ਕਹਿਣ ਲੱਗੇ ਪਰਮ ਪਦ ਨਹੀਂ ਪਾਵੇਂਗਾ, ਤੂੰ ਮੋਕਸ਼ ਨੂੰ ਪ੍ਰਾਪਤ ਨਹੀਂ ਕਰ ਸਕਦਾ। ਜੌਲੋ ਜਿਹਵਾ ਕੇ ਸੁਰਸ ਅੰਮ੍ਰਿਤ ਨਾ ਚਾਖੀਏ, ਜਿੰਨਾ ਚਿਰ ਆਪਣੀ ਜ਼ੁਬਾਨ ਦੇ ਨਾਲ ਉਸ ਅੰਮ੍ਰਿਤ ਨੂੰ ਚੱਖ ਨਹੀਂ ਲੈਂਦਾ। ਜ਼ੁਬਾਨ ਨਾਲ ਕੀ ਚੱਖਣਾ? ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਇਹ ਹੈ ਚੱਖਣਾ। ਜਦੋਂ ਅਸੀਂ ਬੈਠ ਕੇ ਆਪਣੇ ਘਰ ਵਿੱਚ ਕਰਦੇ ਹਾਂ ਰਾਮ ਰਾਮ ਰਾਮ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਾਈਆਂ, ਕੋਈ ਅਲਾਹੇ ਕਾਰਨ ਕਰਮ ਕਰੀਮ, ਕਿਰਪਾ ਧਾਰ ਰਹੀਮ। ਇਹ ਭਜਨ ਮਹਾਰਾਜ ਨੇ ਲਿਖੇ ਨੇ। ਰਾਮ ਰਾਮ ਜਦੋਂ ਜ਼ੁਬਾਨ ਦੇ ਨਾਲ ਕਹੇਗਾ, ਵਾਹਿਗੁਰੂ ਵਾਹਿਗੁਰੂ ਜਦੋਂ ਜ਼ੁਬਾਨ ਦੇ ਨਾਲ ਆਖੇਗਾ, ਤੇਰੀ ਜ਼ੁਬਾਨ ਨੂੰ ਇੱਕ ਵੱਖਰਾ ਸਵਾਦ ਆਵੇਗਾ, ਵੱਖਰਾ ਰਸ ਆਵੇਗਾ। ਉਸ ਰਸ ਨੂੰ ਭਗਤ ਫਰੀਦ ਸਾਹਿਬ ਜੀ ਨੇ ਲਿਖਿਆ। ਕਹਿਣ ਲੱਗੇ ਭਾਵੇਂ ਮੱਝਾਂ ਦਾ ਦੁੱਧ ਮਿੱਠਾ ਮੰਨਿਆ, ਭਾਵੇਂ ਸ਼ਹਿਦ ਤੇ ਗੁੜ ਨੂੰ ਮਿੱਠਾ ਮੰਨਿਆ, ਗੰਨੇ ਦੇ ਰਸ ਨੂੰ ਬੜਾ ਸਵਾਦਲਾ ਮੰਨਿਆ ਹੈ, ਪਤਾਸੇ ਤੇ ਮਿਸ਼ਰੀ ਵੀ ਲੋਕ ਮਿੱਠੀ ਮੰਨਦੇ ਨੇ, ਪਰ ਜਿਹੜਾ ਸਵਾਦ ਪਰਮਾਤਮਾ ਦੇ ਨਾਮ ਦੇ ਵਿੱਚੋਂ ਹੈ ਉਹ ਕਿਸੇ ਚੀਜ਼ ਚੋਂ ਨਹੀਂ ਆ ਸਕਦਾ। ਇੱਥੇ ਬਚਨ ਆ ਗਿਆ, ਕਹਿਣ ਲੱਗੇ ਜਿੰਨਾ ਚਿਰ ਰੱਬ ਦੇ ਨਾਮ ਦਾ ਸਵਾਦ ਜ਼ੁਬਾਨ ਦੇ ਨਾਲ ਨਹੀਂ ਲੈਂਦਾ, ਜ਼ੁਬਾਨ ਦੇ ਨਾਲ ਜਿੰਨਾ ਚਿਰ ਵਾਹਿਗੁਰੂ ਮੰਤਰ ਜਪਦਾ ਨਹੀਂ, ਉਹਨਾਂ ਚਿਰ ਕਈ ਚੱਲ ਵੀ ਅੰਮ੍ਰਿਤ ਹੈ ਅੰਮ੍ਰਿਤ ਹੈ, ਕਿਆ ਗੱਲ ਨਹੀਂ ਬੰਨੀ ਜਿੰਨਾ ਚਿਰ ਕਮਾਈ ਦੇ ਉੱਪਰ ਨਹੀਂ ਚੱਲਦਾ। ਤੇ ਅੱਗੇ ਬਖਸ਼ਿਸ਼ ਕਰਦੇ ਕਹਿਣ ਲੱਗੇ ਬੰਦੀ ਜਨ ਕੀ ਅਸੀਸ ਭੂਪਤ ਨਾ ਹੋਏ ਕਉ। ਇੱਕ ਬੰਦਾ ਮੰਨ ਲਓ ਜੇਲ੍ਹ ਦੇ ਵਿੱਚ ਬੰਦ ਹੈ ਨਾ ਗੁਰਮੁਖੋ, ਉਹ ਜੇਲ੍ਹ ਵਿੱਚ ਬੰਦ ਇਹ ਗੱਲ ਕਹੀ ਜਾਵੇ ਵੀ ਰਾਜਾ ਬੜਾ ਚੰਗਾ ਹੈ, ਰਾਜਾ ਬੜਾ ਵੱਡਾ ਹੈ, ਰਾਜੇ ਦਾ ਰਾਜ ਭਾਗ ਬਹੁਤ ਵੱਡਾ ਹੋ ਜਾਏਗਾ। ਨਹੀਂ, ਕੈਦੀ ਦੇ ਆਖਿਆ ਰਾਜੇ ਦਾ ਰਾਜ ਭਾਗ ਵੱਡਾ ਨਹੀਂ ਹੋਣਾ। ਰਾਜੇ ਨੂੰ ਖੁਸ਼ ਕਰਨ ਵਾਸਤੇ ਤੇ ਉਹਨੇ ਕਹਿ ਦਿੱਤਾ ਵੀ ਜਾ ਰਾਜਾ ਤੇਰਾ ਰਾਜ ਭਾਗ ਵੱਡਾ ਹੋ ਜਾਏ, ਪਰ ਜਿਹੜਾ ਰਾਜ ਭਾਗ ਵੱਡੇ ਦੀ ਗੱਲ ਕਹਿੰਦਾ ਪਿਆ ਉਹ ਤੇ ਆਪ ਕੈਦੀ ਹੈ, ਕਿਸੇ ਨਾ ਕਿਸੇ ਗੁਨਾਹ ਦੇ ਵਿੱਚ, ਕਿਸੇ ਨਾ ਕਿਸੇ ਮਾੜੇ ਕੰਮ ਕਰਕੇ ਤੇ ਜੇਲ੍ਹ ਵਿੱਚ ਬੈਠਾ ਹੈ। ਤੇ ਰਾਜਾ ਇਹ ਸੋਚੇ ਵੀ ਇਹ ਬੰਦੇ ਨੇ ਆਖਿਆ ਵੀ ਮੇਰਾ ਰਾਜ ਵੱਡਾ ਹੋਵੇਗਾ ਤੇ ਇਹਦੇ ਕਹਿਣ ਕਰਕੇ ਵੱਡਾ ਹੋ ਜਾਏਗਾ। ਨਹੀਂ, ਇਹ ਰਾਜੇ ਦੇ ਮਨ ਦਾ ਭਰਮ ਹੈ, ਔਰ ਜੇਲ੍ਹ ਵਿੱਚ ਬੈਠੇ ਵਿਅਕਤੀ ਦੇ ਮਨ ਦਾ ਵੀ ਭਰਮ ਹੈ ਕਿ ਮੇਰੇ ਕਹਿਣ ਕਰਕੇ ਰਾਜਾ ਵੱਡਾ ਹੋਵੇਗਾ। ਬੰਦੀ ਜਨ ਕੀ ਅਸੀਸ ਭੂਪਤ ਨਾ ਹੋਏ ਕੋਊ। ਜਿਹੜੇ ਬੰਦੀ ਬਣਾਏ ਨੇ, ਜੇਲ੍ਹਾਂ ਵਿੱਚ ਬੈਠੇ ਨੇ, ਭਾਵੇਂ ਉਹ ਚੋਰ ਨੇ, ਡਾਕੂ ਨੇ, ਕਿਸੇ ਕਤਲ ਕੇਸ ਵਿੱਚ ਅੰਦਰ ਨੇ, ਉਹ ਜਿੰਨਾ ਮਰਜ਼ੀ ਕਹੀ ਜਾਣ ਵੀ ਫਲਾਣਾ ਰਾਜਾ ਬਣ ਜਾਵੇ, ਫਲਾਣਾ ਰਾਜਾ ਬਣ ਜਾਵੇ, ਕਿਸੇ ਦੇ ਕਹਿਣ ਦੇ ਨਾਲ ਕੋਈ ਰਾਜਾ ਨਹੀਂ ਬਣ ਜਾਂਦਾ। ਰਾਜਾ ਕਿਵੇਂ ਬਣੀਦਾ? ਉਹਨਾਂ ਨੇ ਬਚਨ ਲਿਖਿਆ। ਕਹਿਣ ਲੱਗੇ ਸਿੰਘਾਸਨ ਬੈਠੇ ਜੈਸੇ ਚੱਕਰ ਵੈ ਨਾ ਭਾਖੀ ਹੈ। ਜਿੰਨਾ ਚਿਰ ਰਾਜ ਗੱਦੀ ਤੇ ਬੈਠ ਨਹੀਂ ਜਾਂਦਾ ਉਹਨਾਂ ਚਿਰ ਉਹਨੂੰ ਰਾਜਾ ਕੋਈ ਨਹੀਂ ਕਹੇਗਾ। ਦਾਅਵੇਦਾਰ ਤੇ ਬੜੇ ਨੇ ਕਿ ਮੈਂ ਰਾਜਾ ਬਣ ਜਾਵਾਂ, ਮੁੱਖ ਮੰਤਰੀ ਬਣ ਜਾਵਾਂ, ਪ੍ਰਧਾਨ ਮੰਤਰੀ ਬਣ ਜਾਵਾਂ। ਇਹਨਾਂ ਪਦਵੀਆਂ ਨੂੰ ਲੈਣਾ ਤੇ ਹਰੇਕ ਹੀ ਚਾਹੁੰਦਾ ਹੈ, ਪਰ ਮੁੱਖ ਮੰਤਰੀ ਵੀ ਇੱਕ ਹੀ ਬਣੇਗਾ ਤੇ ਪ੍ਰਧਾਨ ਮੰਤਰੀ ਵੀ ਇੱਕ ਹੀ ਬਣਨਾ ਹੈ। ਪਰ ਆਖਿਆ ਉਹਨੂੰ ਜਾਣਾ ਹੈ ਜਿਹੜਾ ਵਾਕਿਆ ਹੀ ਉਸ ਗੱਦੀ ਤੇ ਬੈਠ ਗਿਆ ਹੈ, ਜਿਹੜਾ ਕੁਰਸੀ ਤੇ ਬੈਠ ਗਿਆ। ਦਾਵਾ ਤੇ ਬੜਿਆਂ ਨੇ ਕੀਤਾ ਹੈ, ਬੜੇ ਕਰਨਗੇ, ਬੜੇ ਕਰਦੇ ਨੇ, ਪਰ ਬਣਿਆ ਵਿੱਚੋਂ ਰਾਜਾ ਉਹ ਅਖਵਾਏਗਾ ਜਿਹੜਾ ਉਸ ਤਖਤ ਦੇ ਉੱਪਰ ਬੈਠਾ ਹੈ। ਇਹ ਭਾਈ ਗੁਰਦਾਸ ਜੀਆਂ ਨੇ ਬਚਨ ਲਿਖਿਆ। ਜੇ ਕੋਈ ਬੰਦਾ ਇਹ ਗੱਲ ਕਵੇ ਵੀ ਆ ਜਿੰਨੇ ਮੇਰੇ ਗੁਲਾਮ ਨੇ ਇਹ ਮੈਨੂੰ ਕਹਿ ਦੇਣ ਵੀ ਤੂੰ ਰਾਜਾ ਬਣ ਜਾ ਤੇ ਇਹਨਾਂ ਦੇ ਕਹਿਣ ਕਰਕੇ ਮੈਂ ਰਾਜਾ ਬਣ ਜਾਵਾਂਗਾ, ਜਾਂ ਦੁਨੀਆ ਦੇ ਲੋਕ ਮੈਨੂੰ ਰਾਜਾ ਕਹਿ ਕੇ ਸੰਬੋਧਨ ਕਰਨਗੇ, ਕੋਈ ਨਹੀਂ ਕਰੇਗਾ। ਤੈਨੂੰ ਰਾਜੇ ਸੰਬੋਧਨ ਉਦੋਂ ਕਰਨਾ ਜਦੋਂ ਸਿੰਘਾਸਨ ਤੇ ਬੈਠ ਜਾਏਗਾ, ਜਦੋਂ ਕੁਰਸੀ ਤੇ ਬੈਠ ਜਾਵੇਂਗਾ, ਉਦੋਂ ਇਹ ਦਾਤ ਪ੍ਰਾਪਤ ਹੋਣੀ ਹੈ। ਸੋ ਉਹਨਾਂ ਨੇ ਬਚਨ ਲਿਖਿਆ। ਕਹਿਣ ਲੱਗੇ ਐਸੀ ਹਾਲਤ ਜਿਹੜੀ ਹੈ ਉਹ ਸੰਸਾਰ ਦੀ ਹੈ।
ਦੁਨੀਆ ਦੇ ਲੋਕ ਆਪਣਾ ਕੰਮ ਕੱਢਣ ਵਾਸਤੇ, ਆਪਣਾ ਮਤਲਬ ਕੱਢਣ ਵਾਸਤੇ ਕੀ ਕਰਦੇ ਨੇ, ਦੂਜੇ ਨੂੰ ਕਹਿ ਦਿੰਦੇ ਵੀ ਤੈਨੂੰ ਇਹ ਦਾਤ ਮਿਲੇਗੀ, ਤੈਨੂੰ ਇਹ ਦਾਤ ਮਿਲੇਗੀ, ਪਰ ਮਿਲਦੀ ਕੋਈ ਨਹੀਂ ਹੈ। ਅੱਗੇ ਭਾਈ ਸਾਹਿਬ ਜੀਆਂ ਨੇ ਬਚਨ ਲਿਖਿਆ, ਤੈਸੇ ਲਿਖੈ ਸੁਨੈ ਕਹਿ ਨਾ ਗੁਰਮਤ ਪਾਈਐ। ਕੱਲਾ ਕਹਿ ਦੇਣਾ ਗੁਰਮਤ ਹੈ, ਗੁਰਮਤ ਹੈ, ਕਹਿਣ ਦੇ ਨਾਲ ਗੁਰਮਤ ਨਹੀਂ ਜੇ ਮਿਲਣੀ। ਕੱਲਾ ਕਾਪੀ 'ਤੇ ਲਿਖ ਦੇਣਾ ਕਾਗਜ਼ ਦੇ ਉੱਪਰ ਵੀ ਗੁਰਮਤ ਹੈ, ਗੁਰਮਤ ਹੈ, ਨਾ ਲਿਖਿਆ ਗੁਰਮਤ ਮਿਲਣੀ ਹੈ, ਨਾ ਮੂੰਹੋਂ ਆਖਿਆ ਗੁਰਮਤ ਮਿਲਣੀ ਹੈ। ਇਹ ਇਸ ਤਰ੍ਹਾਂ ਦਾ ਕਹਿਣਾ ਤੇ ਆਖਣਾ ਹੈ ਜਿਵੇਂ ਇੱਕ ਕੈਦੀ ਰਾਜੇ ਨੂੰ ਕਹਿੰਦਾ ਵੀ ਤੂੰ ਰਾਜਾ ਹੈ। ਕੈਦੀ ਦੇ ਕਹਿਣ ਕਰਕੇ ਰਾਜਾ ਰਾਜਾ ਨਹੀਂ ਹੋਵੇਗਾ ਜਿੰਨਾ ਚਿਰ ਉਹ ਰਾਜਾ ਬਣ ਕੇ ਸਿੰਘਾਸਨ 'ਤੇ ਬੈਠਦਾ ਨਹੀਂ। ਇਸੇ ਤਰ੍ਹਾਂ ਗੁਰਮੁਖੋ, ਜਿੰਨਾ ਚਿਰ ਗੁਰਮਤ ਨੂੰ ਅਸੀਂ ਧਾਰਨ ਨਹੀਂ ਨਾ ਕਰ ਲੈਂਦੇ, ਉਹਨਾਂ ਚਿਰ ਕਹੀ ਜਾਈਏ ਵੀ ਗੁਰਮਤ ਹੈ, ਕਾਗਜ਼ 'ਤੇ ਲਿਖ ਦਈਏ ਗੁਰਮਤ ਹੈ, ਨਾ ਕਾਗਜ਼ 'ਤੇ ਲਿਖਿਆ ਪ੍ਰਾਪਤੀ ਹੋਣੀ ਹੈ, ਨਾ ਮੂੰਹ ਆਖਿਆ ਪ੍ਰਾਪਤੀ ਹੋਣੀ ਹੈ। ਉਹਦੇ ਵਾਸਤੇ ਉਹ ਕਰਮ ਕਰਨਾ ਪਵੇਗਾ ਜਿਹਦੇ ਕਰਕੇ ਗੁਰਮਤ ਪ੍ਰਾਪਤ ਹੋਣੀ ਹੈ। ਗੁਰ ਸ਼ਬਦ ਕੀ ਸੁਜਸ ਨਾ ਲਾਖੀਐ। ਜਿੰਨਾ ਚਿਰ ਗੁਰੂ ਦੇ ਸ਼ਬਦ ਦੀ ਉਪਮਾ ਨੂੰ ਜਾਣਦਾ ਨਹੀਂ, ਜਿੰਨਾ ਚਿਰ ਗੁਰੂ ਦੇ ਸ਼ਬਦ ਦੀ ਉਪਮਾ ਨੂੰ ਸਮਝਦਾ ਨਹੀਂ, ਉਹਨਾਂ ਚਿਰ ਪ੍ਰਾਪਤੀ ਕੋਈ ਨਹੀਂ ਹੈ। ਇਹ ਬਚਨ ਲਿਖਿਆ ਉਹਨਾਂ ਨੇ ਕਿ ਕਾਗਜ਼ ਦੇ ਉੱਪਰ ਲਿਖਿਆ ਰਾਮ ਰਾਮ ਗੱਲ ਨਹੀਂ ਬਣਨੀ ਹੈ ਜਿੰਨਾ ਚਿਰ ਕਮਾਉਂਦਾ ਨਹੀਂ। ਮੂੰਹ ਦੇ ਨਾਲ ਆਖਿਆ ਅੰਮ੍ਰਿਤ ਹੈ, ਅੰਮ੍ਰਿਤ ਹੈ, ਉਹਨਾਂ ਚਿਰ ਗੱਲ ਨਹੀਂ ਬਣਨੀ ਜਿੰਨਾ ਚਿਰ ਅੰਮ੍ਰਿਤ ਛਕਦਾ ਨਹੀਂ। ਮੂੰਹ ਦੇ ਨਾਲ ਆਖਿਆ ਗੁਰਮਤ ਹੈ, ਗੁਰਮਤ ਹੈ, ਪਰ ਗੁਰਮਤ ਉਹਨਾਂ ਚਿਰ ਨਹੀਂ ਜਿੰਨਾ ਚਿਰ ਧਾਰਨ ਨਹੀਂ ਕਰਦਾ। ਕਹਿਣ ਲੱਗੇ ਕਹਿ ਦੇਣਾ ਕਿ ਗੁਰੂ ਦਾ ਸ਼ਬਦ ਹੈ, ਗੁਰੂ ਦਾ ਸ਼ਬਦ ਹੈ, ਕਹਿਣ ਦੇ ਨਾਲ ਗੱਲ ਨਹੀਂ ਬਣਨੀ ਜਿੰਨਾ ਚਿਰ ਉਸ ਸ਼ਬਦ ਦਾ ਜਾਪ ਨਹੀਂ ਕਰ ਲੈਂਦਾ, ਉਹਦੀ ਕਮਾਈ ਨਹੀਂ ਕਰ ਲੈਂਦਾ, ਉਹਨਾਂ ਚਿਰ ਕੋਈ ਪ੍ਰਾਪਤੀ ਨਹੀਂ ਹੈ, ਖਾਲੀ ਰਹਿ ਜਾਵੇਗਾ। ਸਤਿਗੁਰੂ ਬਖਸ਼ਿਸ਼ ਕਰਦੇ ਕਹਿਣ ਲੱਗੇ ਭਾਈ ਬਚਨ ਇਹ ਹੈ, ਪ੍ਰੇਮ ਠਗੌਰੀ ਜਿਨ ਕੋ ਪਾਈ ਤਿੰਨ ਰਸ ਪੀਓ ਭਾਰੀ। ਜਿਨ੍ਹਾਂ ਨੇ ਜਪਿਆ ਹੈ ਰਸ ਵੀ ਉਹਨਾਂ ਨੂੰ ਆਇਆ, ਰਾਮ ਰਸ ਪੀਆ ਰੇ ਜਿਹੇ ਰਸ ਬਿਸਰ ਗਏ। ਰਸ ਔਰ ਰਾਮ ਦਾ ਰਸ ਉਹਨਾਂ ਨੂੰ ਆਇਆ ਜਿਨ੍ਹਾਂ ਨੇ ਜ਼ੁਬਾਨ ਦੇ ਨਾਲ ਰਸਨਾ ਦੇ ਨਾਲ ਜਪਿਆ ਹੈ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਜਿੰਨਾ ਚਿਰ ਹੋਰਾਂ ਗੱਲਾਂ ਵਿੱਚ ਲੱਗਾ ਜ਼ੁਬਾਨ ਰੱਜੇਗੀ ਨਹੀਂ। ਜਿੰਨਾ ਚਿਰ ਪਰਮਾਤਮਾ ਦੇ ਨਾਮ ਨੂੰ ਨਹੀਂ ਜਪ ਲੈਂਦਾ ਉਹਨਾਂ ਚਿਰ ਸਵਾਦ ਨਹੀਂ ਆਏਗਾ, ਉਹਨਾਂ ਚਿਰ ਪ੍ਰਾਪਤੀ ਨਹੀਂ ਹੈ। ਤਾਂ ਕੀ ਕੀਮਤ ਕਹਿ ਨ ਜਾਈ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਆ ਪਰਮਾਤਮਾ ਤੇਰੀ ਕੀਮਤ, ਕੀਮਤ ਤੋਂ ਭਾਵ ਹੈ ਤੇਰੀ ਵਡਿਆਈ, ਤੇਰੀ ਉਪਮਾ ਕਹੀ ਨਹੀਂ ਜਾ ਸਕਦੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਸੀਂ ਤੇ ਗੁਣਾਂ ਦੇ ਖਜ਼ਾਨੇ ਹੋ ਮਹਾਰਾਜ, ਮੈਂ ਤੁਹਾਡੀ ਕਿਹੜੀ ਕਿਹੜੀ ਸਿਫਤ ਕਹਿ ਕੇ ਗਾਵਾਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤਾਂ ਕਿ ਕੀਮਤ ਕਹਿਣ ਨਾ ਜਾਈ। ਪਰਮਾਤਮਾ ਦੀ ਬੰਦਿਆ ਕਿੰਨੀ ਕੋਈ ਵਡਿਆਈ ਕਰੇਗਾ, ਉਹਦੀ ਵਡਿਆਈ ਕਹੀ ਨਹੀਂ ਜਾ ਸਕਦੀ, ਆਖੀ ਨਹੀਂ ਜਾਂਦੀ ਹੈ। ਕੁਦਰਤ ਕਵਣ ਹਮਾਰੀ। ਜੇ ਉਹਦੀ ਵਡਿਆਈ ਕਿਸੇ ਕੋਲੋਂ ਨਹੀਂ ਆਖੀ ਗਈ ਤੇ ਫਿਰ ਕੁਦਰਤ ਕਵਣ ਹਮਾਰੀ, ਹਮਾਰੀ ਕਹੀਏ ਸਾਡੀ, ਕਵਣ ਕਹੀਏ ਕੀ, ਕੁਦਰਤ ਕਹੀਏ ਸ਼ਕਤੀ ਹੈ। ਫਿਰ ਸਾਡੀ ਕੀ ਸ਼ਕਤੀ ਹੈ ਵੀ ਪਰਮਾਤਮਾ ਤੇਰੀ ਅਸੀਂ ਉਪਮਾ ਕਰ ਸਕੀਏ। ਜਦੋਂ ਤੇਰੀ ਉਪਮਾ ਕੋਈ ਨਹੀਂ ਕਰ ਸਕਿਆ, ਵੱਡੇ ਵੱਡੇ ਸਾਧੂ ਹੋਏ, ਮਹਾਤਮਾ ਹੋਏ, ਗੁਰਮੁਖ ਹੋਏ, ਰਿਸ਼ੀ ਮੁਨੀ ਹੋਏ, ਜਦੋਂ ਤੇਰੀ ਉਪਮਾ ਉਹ ਨਹੀਂ ਕਰ ਸਕਦੇ ਤੇ ਸਾਡੀ ਕੁਦਰਤ ਕੀ ਹੈ। ਕੁਦਰਤ ਤੋਂ ਭਾਵ ਹੈ ਸ਼ਕਤੀ। ਸਾਡੇ ਵਿੱਚ ਕੀ ਸ਼ਕਤੀ ਹੈ, ਸਾਡੇ ਵਿੱਚ ਕੀ ਬਲ ਹੈ ਵੀ ਅਸੀਂ ਤੇਰੇ ਗੁਣਾਂ ਦਾ ਪੂਰਨਨ ਵਰਣਨ ਕਰ ਸਕੀਏ, ਕਹਿ ਸਕੀਏ ਵੀ ਤੂੰ ਐਸਾ ਹੈ। ਅਸੀਂ ਵੀ ਤੇਰੀ ਉਪਮਾ ਨੂੰ ਕਹਿ ਨਹੀਂ ਸਕਦੇ। ਹਾਂ ਲਾਏ ਲੈ ਲੜ ਦਾਸ ਜਨ ਆਪਣੇ। ਜਦੋਂ ਉਸਨੇ ਆਪਣੇ ਦਾਸ ਬਣਾ ਲਿਆ, ਦਾਸ ਬਣਾ ਕੇ ਫਿਰ ਆਪਣੇ ਪੱਲੇ ਦੇ ਨਾਲ ਜੋੜ ਲਿਆ, ਆਪਣਾ ਪੱਲਾ ਫੜਾ ਦਿੱਤਾ। ਤੇ ਪੱਲਾ ਫੜਾਇਆ ਕਿਵੇਂ, ਅੰਚਲ ਗਹਿ ਕੈ ਸਾਧਕ। ਜਿਵੇਂ ਇੱਕ ਬਾਪ ਆਪਣੀ ਧੀ ਨੂੰ ਉਹਦੇ ਪਤੀ ਦਾ ਪੱਲਾ ਫੜਾਉਂਦਾ ਹੈ ਤੇ ਸਾਰੀ ਉਮਰ ਉਹ ਪੱਲੇ ਦਾ ਆਸਰਾ ਉਹਦੀ ਧੀ ਨੂੰ ਹੈ। ਇਸੇ ਤਰ੍ਹਾਂ ਜਿਹੜੇ ਸੰਤ ਨੇ ਨਾ, ਸਾਧੂ, ਉਹ ਪੱਲਾ ਫੜਾ ਦਿੰਦੇ ਪਰਮਾਤਮਾ ਦਾ, ਪਰਮੇਸ਼ਰ ਦਾ। ਤੇ ਜਿਨ੍ਹਾਂ ਨੇ ਉਹਦਾ ਪੱਲਾ ਲਿਆ ਫੜ, ਸਾਰੀ ਉਮਰ ਉਹਨਾਂ ਨੂੰ ਪਰਮਾਤਮਾ ਦਾ ਆਸਰਾ ਹੈ। ਮਹਾਰਾਜ ਕਹਿਣ ਲੱਗੇ
ਲਾਏ ਲੈ ਲੜ ਦਾਸ ਜਨ ਆਪਣੇ, ਜਿਨ੍ਹਾਂ ਨੂੰ ਆਪਣੇ ਦਾਸ ਬਣਾ ਲਿਆ ਉਹਨਾਂ ਨੂੰ ਆਪਣੇ ਪੱਲੇ ਨਾਲੋਂ ਜੋੜ ਲੈਂਦਾ ਹੈ। ਉਧਰੇ ਉਧਰਨ ਹਾਰੇ, ਉਹ ਫਿਰ ਇਹ ਜਿਹੜਾ ਉਧਰਨਹਾਰ ਸੰਸਾਰ ਹੈ, ਉਧਰਨ ਵਾਲਾ, ਇਹਦੇ ਵਿੱਚੋਂ ਫਿਰ ਗੁਰਮੁਖ ਉਧਰ ਜਾਂਦੇ, ਭਾਵ ਕੇ ਤਰ ਜਾਂਦੇ, ਕਿਉਂਕਿ ਇਹ ਸੰਸਾਰ ਤਰਨ ਵਾਲਾ ਨਾ ਗੁਰਮੁਖੋ। ਫਿਰ ਜਿਹੜੇ ਨਾਮ ਜਪਦੇ ਨੇ ਉਹ ਇਸ ਸੰਸਾਰ ਤੋਂ ਤਰ ਜਾਂਦੇ ਹਨ। ਪ੍ਰਭ ਸਿਮਰ 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 ਸੁਖ ਪਾਇਓ, ਨਾਨਕ ਸਰਨ ਦੁਆਰੇ। ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਜਿਸ ਵੇਲੇ ਗੁਰੂ ਦੀ ਸ਼ਰਨ ਵਿੱਚ ਆ ਗਏ, ਗੁਰੂ ਦੀ ਸ਼ਰਨ ਵਿੱਚ ਆ ਕੇ ਫਿਰ ਉਸ ਪਰਮਾਤਮਾ ਨੂੰ ਸਿਮਰਿਆ ਹੈ, ਫਿਰ ਉਸ ਪਰਮਾਤਮਾ ਨੂੰ ਸਿਮਰਿਆ ਹੈ, ਫਿਰ ਉਸ ਪਰਮਾਤਮਾ ਨੂੰ ਸਿਮਰਿਆ ਹੈ। ਕਿਵੇਂ ਸਿਮਰਿਆ? ਮਨ ਕਰਕੇ ਸਿਮਰਿਆ। ਮਨ ਕਰਕੇ ਆਖਿਆ ਵਾਹਿਗੁਰੂ, ਤਨ ਕਰਕੇ ਵੀ ਸਿਮਰਿਆ, ਸਰੀਰ ਕਰਕੇ ਵੀ ਆਖਿਆ ਵਾਹਿਗੁਰੂ, ਬਾਣੀ ਕਰਕੇ ਵੀ ਸਿਮਰਿਆ, ਬਾਣੀ ਕਰਕੇ, ਬਚਨਾਂ ਕਰਕੇ, ਜ਼ੁਬਾਨ ਕਰਕੇ ਵੀ ਆਖਿਆ ਵਾਹਿਗੁਰੂ। ਉਹ ਗੁਰਮੁਖ ਬਣ ਕਰਕੇ ਵੀ ਸਿਮਰਦੇ ਪਏ। ਅਸੀਂ ਸਿਮਰਨ ਕਰਦੇ ਹਾਂ ਨਾ, ਬਾਣੀ ਪੜ੍ਹਦੇ ਹਾਂ, ਅਸੀਂ ਸਰੀਰ ਕਰਕੇ ਪੜ੍ਹਦੇ ਹਾਂ, ਸਾਡਾ ਮਨ ਭੱਜ ਜਾਂਦਾ ਕਿਸੇ ਬੰਨੇ ਨੂੰ, ਜਾਂ ਅਸੀਂ ਸਰੀਰ ਕਰਕੇ ਪੜ੍ਹਦੇ ਪਏ ਹਾਂ, ਸਾਡੀ ਜ਼ੁਬਾਨ ਵਿੱਚੋਂ ਆਵਾਜ਼ ਨਹੀਂ ਨਿਕਲਦੀ ਹੈ। ਚੁੱਪ ਕਰਕੇ ਗੁਪਤ ਪੜ੍ਹਨ ਵਾਲੀ ਗੱਲ ਵੀ, ਅੱਖਾਂ ਨਾਲ ਦਰਸ਼ਨ ਕੀਤੇ, ਚਲੋ ਨਿਤਨੇਮ ਕਰ ਲਿਆ, ਪਰ ਨਹੀਂ, ਜਿਹੜੇ ਗੁਰਮੁਖ ਨੇ ਉਹ ਸਰੀਰ ਕਰਕੇ ਵੀ ਪੜ੍ਹਦੇ ਨੇ, ਅਤੇ ਸਰੀਰ ਦੇ ਨਾਲ ਨਾਲ ਫਿਰ ਉਹ ਮਨ ਵੀ ਵਿੱਚ ਲਾਉਂਦੇ। ਅੱਜ ਮਨ ਨਹੀਂ ਲੱਗਿਆ, ਕੱਲ੍ਹ ਨੂੰ ਲਾਵਾਂਗੇ, ਕੱਲ੍ਹ ਨੂੰ 1 ਮਿੰਟ ਲੱਗਾ, ਕੋਈ ਗੱਲ ਨਹੀਂ, ਪਰਸੋਂ 1.5 ਮਿੰਟ ਲਾਵਾਂਗੇ, 1.5 ਮਿੰਟ ਲੱਗਿਆ, ਹੁਣ 2 ਮਿੰਟ ਲਾਵਾਂਗੇ। ਇਸ ਤਰ੍ਹਾਂ ਕਰਦਿਆਂ 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 ਇੱਕ ਦਿਨ ਸਮਾਂ ਇਹੋ ਜਿਹਾ ਆ ਜਾਂਦਾ ਹੈ, ਉਹਨਾਂ ਦਾ ਮਨ ਹਰ ਵੇਲੇ ਲੱਗ ਜਾਂਦਾ, ਕਦੇ ਮਨ ਨਿਕਲਦਾ ਹੀ ਨਹੀਂ। ਗੁਰਮੁਖੋ ਅਸੀਂ ਯਤਨ ਹੀ ਨਹੀਂ ਕਰਦੇ। ਪਹਿਲੇ ਦਿਨ ਜੇ ਮਨ ਨਹੀਂ ਟਿਕਿਆ ਕੋਈ ਗੱਲ ਨਹੀਂ, ਅਤੇ ਬਾਅਦ ਵਿੱਚ ਭਾਵੇਂ 10 ਸਾਲ ਨਹੀਂ ਟਿਕਿਆ ਕੋਈ ਗੱਲ ਨਹੀਂ, ਅਸੀਂ ਵੇਖਿਆ ਹੀ ਨਹੀਂ ਵੀ ਸਾਡਾ ਮਨ ਜਾਂਦਾ ਕਿੱਧਰ ਨੂੰ ਹੈ। ਜਿੱਧਰ ਨੂੰ ਮਨ ਜਾਂਦਾ ਇਹਨੂੰ ਰੋਕ ਉਸ ਪਾਸਿਓਂ, ਵਾਰ-ਵਾਰ ਮੋੜ ਕੇ ਵਾਪਸ ਲੈ ਕੇ ਆ ਗੁਰਬਾਣੀ ਦੇ ਵਿੱਚ। ਇੱਕ ਦਿਨ ਮੁੜੇਗਾ, 2 ਦਿਨ ਮੁੜੇਗਾ, ਸਮਾਂ ਆਵੇਗਾ, ਮਨ ਆਪਣੇ ਆਪ ਹੀ ਮੁੜ ਜਾਏਗਾ, ਆਪਣੇ ਆਪ ਹੀ ਲੱਗ ਜਾਏਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਿਸ ਵੇਲੇ ਗੁਰਮੁਖਾਂ ਦੀ, ਸਾਧੂਆਂ ਦੀ ਸੰਗਤ ਮਿਲੀ, ਉਹ ਸੰਗਤ ਵਿੱਚ ਫਿਰ ਜਦੋਂ ਸਰੀਰ ਕਰਕੇ ਪਹਿਲਾਂ ਜਪਿਆ, ਫਿਰ ਸਰੀਰ ਦੇ ਨਾਲ ਨਾਲ ਕਿਰਪਾ ਕੀਤੀ, ਫਿਰ ਜ਼ੁਬਾਨ ਨਾਲ ਜਪਿਆ, ਉੱਚੀ ਬੋਲ ਕੇ ਆਪਣਿਆਂ ਕੰਨਾਂ ਨੂੰ ਆਪ ਸੁਣਾ ਕੇ ਜਪਿਆ। ਫਿਰ ਜਦੋਂ ਇਸ ਤਰ੍ਹਾਂ ਜਪਿਆ, ਫਿਰ ਹੌਲੀ ਹੌਲੀ, ਅੱਜ ਮਨ ਨਹੀਂ ਟਿਕਿਆ, ਕੱਲ੍ਹ ਥੋੜ੍ਹਾ ਟਿਕਿਆ, ਪਰਸੋਂ ਥੋੜ੍ਹਾ ਜਿਹਾ ਹੋਰ ਜ਼ਿਆਦਾ ਟਿਕਿਆ, ਇਸ ਤਰ੍ਹਾਂ ਕਰਦਿਆਂ ਕਰਦਿਆਂ ਫਿਰ ਉਹਨਾਂ ਗੁਰਮੁਖਾਂ ਦਾ ਮਨ ਟਿਕ ਜਾਂਦਾ, ਅਤੇ ਫਿਰ ਮਨ ਉਹਨਾਂ ਦਾ ਕਿਸੇ ਪਾਸੇ ਜਾਂਦਾ ਹੀ ਨਹੀਂ, ਹਰ ਵੇਲੇ ਟਿਕ ਜਾਂਦਾ ਹੈ। ਸਿਮਰ 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 ਸੁਖ ਪਾਇਆ, ਜਿਨ੍ਹਾਂ ਨੇ ਪਰਮਾਤਮਾ ਦਾ ਸਿਮਰਨ ਕੀਤਾ ਹੈ, ਉਹ ਸਿਮਰਨ ਕਰਨ ਵਾਲਿਆਂ ਨੇ ਇਸ ਲੋਕ ਦੇ ਵਿੱਚ ਵੀ ਸੁਖ ਪਾਇਆ, ਉਹਨਾਂ ਸਿਮਰਨ ਕਰਨ ਵਾਲਿਆਂ ਨੇ ਪਰਲੋਕ ਦੇ ਵਿੱਚ ਵੀ ਸੁਖ ਪਾਇਆ। ਕਿਉਂਕਿ ਮਹਾਰਾਜ ਕਹਿਣ ਲੱਗੇ, ਪਾਇਓ ਨਾਨਕ ਸਰਨ ਦੁਆਰੇ, ਕਿਉਂਕਿ ਅਸੀਂ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਸ਼ਰਨ ਵਿੱਚ ਆ ਗਏ, ਗੁਰੂ ਨਾਨਕ ਦੇਵ ਪਾਤਸ਼ਾਹ ਦੇ ਦੁਆਰੇ 'ਤੇ ਆ ਗਏ ਆ, ਤਾਂ ਸਾਨੂੰ ਇਹ ਦਾਤ ਪ੍ਰਾਪਤ ਹੋਈ ਹੈ ਕਿ ਗੁਰੂ ਨੇ ਕਿਰਪਾ ਕਰਕੇ ਸਾਨੂੰ ਸਿਮਰਨ ਬਖਸ਼ਿਸ਼ ਕਰ ਦਿੱਤਾ ਹੈ। ਪਾਤਸ਼ਾਹ ਰਹਿਮਤ ਕਰਨਾ, ਉਪਦੇਸ਼ ਸਾਡੇ ਹਿਰਦੇ ਵਸ ਜਾਵੇ, ਤਾਂ ਕਿ ਸਾਡਾ ਭਲਾ ਹੋਵੇ। ਗਾਵੇ ਸੁਣੇ ਪਾਈਏ ਨਾ ਪਰਮ ਪਦ, ਗੁਰੂ ਉਪਦੇਸ਼ ਗਏ ਜੌਲੋ ਨਾ ਕਮਾਈਏ। ਮਹਾਰਾਜ ਦਾ ਬਚਨ ਹੈ, ਗਾਉਂਦੇ ਜ਼ਰੂਰ ਆ, ਸੁਣਦੇ ਜ਼ਰੂਰ ਆ, ਦਰਸ਼ਨ ਜ਼ਰੂਰ ਕਰਦੇ ਆ, ਸੰਗਤ ਵਿੱਚ ਜ਼ਰੂਰ ਬੈਠਦੇ ਆ। ਇਹ ਤੇ ਦਾਤ ਸਾਨੂੰ ਮਿਲੇਗੀ, ਇਹ ਤੇ ਫਲ ਮਿਲੇਗਾ, ਪਰ ਗੁਰਮੁਖੋ ਕੇਵਲ ਮੋਕਸ਼ ਉਸ ਦਿਨ ਮਿਲ ਜਾਣੀ ਹੈ, ਮੁਕਤੀ ਉਸ ਦਿਨ ਮਿਲਣੀ ਹੈ ਜਿੱਦਣ ਮਨ ਸਾਡਾ ਬਿਲਕੁਲ ਵਾਸਤੇ ਟਿਕ ਗਿਆ। ਉਹ ਦਿਨ ਮੋਕਸ਼ ਨੂੰ ਪ੍ਰਾਪਤ ਹੋਵਾਂਗੇ, ਉਹ ਦਿਨ ਮੁਕਤੀ ਦੀ ਦਾਤ ਮਿਲੇਗੀ, ਜਿਸ ਦਿਨ ਪੂਰਾ ਮਨ ਟਿਕਾਵਾਂਗੇ। ਇਸ ਕਰਕੇ ਮਨ ਨੂੰ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਣ ਕਰਕੇ ਕਮਾਈ ਕਰੀਏ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦੇਵ ਸੱਜਣ ਅਸੀਸਣੀਆਂ, ਜੋ ਹੋਵੇ ਸਾਹਿਬ ਸੇ ਮੇਲ। ਲਾਏ ਲੈ ਲੜਦਾਸ ਜਨ ਆਪਣੇ, ਉਧਰੇ ਉਧਰਨ ਹਾਰੇ। ਪ੍ਰਭ ਸਿਮਰ 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 ਸੁਖ ਪਾਇਓ, ਨਾਨਕ ਸਰਨ ਦੁਆਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਿਤਰ ਹਜ਼ੂਰੀ ਵਿੱਚ ਇਕੱਤਰ ਸਾਧ ਸੰਗਤ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਸਭ ਤੋਂ